ਅਸੀਂ ਪੰਜਾਬ ਦੀ ਕਲਚਰਲ ਹਿਸਟਰੀ ਭਾਵ ਸੱਭਿਆਚਾਰਕ ਇਤਿਹਾਸ ਨੂੰ ਸਮਝਣ ਲਈ ਪੰਜਾਬ ਦੀਆਂ ਗੋਤਾਂ ਦੇ ਇਤਿਹਾਸ ਨਾਲ ਜੁੜੀਆਂ ਕਥਾ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਪ੍ਰਸੰਗ ਵਿੱਚ ਸਿੱਧੂ ਬਰਾੜਾਂ ਦੇ ਇਤਿਹਾਸ ਨੂੰ ਤੁਸੀਂ ਬਹੁਤ ਪਸੰਦ ਕੀਤਾ, ਇਸ ਲਈ ਬਹੁਤ-ਬਹੁਤ ਸ਼ੁਕਰੀਆ। ਇਸ ਵੀਡੀਓ ਵਿੱਚ ਸੰਧੂ ਭਾਈਚਾਰੇ ਦਾ ਇਤਿਹਾਸ ਅਤੇ ਉਹਨਾਂ ਦੇ ਵਡੇਰੇ ਕਾਲੇ ਮਹਿਰ ਬਾਰੇ ਦੱਸਿਆ ਜਾਵੇਗਾ। ਪੰਜਾਬ ਦੇ ਜੱਟਾਂ ਵਿੱਚ ਸਿੱਧੂ ਬਰਾੜਾਂ ਤੋਂ ਬਾਅਦ ਗਿਣਤੀ ਪੱਖੋਂ ਸੰਧੂ ਗੋਤ ਦੀ ਵਾਰੀ ਆਉਂਦੀ ਹੈ। ਸੰਧੂ ਦਾ ਉਚਾਰਨ ਸੰਧੂ ਤੋਂ ਇਲਾਵਾ ਸਿੰਧੂ, ਸੇਂਧੂ ਤੇ ਕਈ ਵਾਰੀ ਸਿੰਧੀ ਵੀ ਕੀਤਾ ਜਾਂਦਾ ਹੈ। ਭਾਸ਼ਾ ਵਿਗਿਆਨੀ ਅਤੇ ਇਤਿਹਾਸਕਾਰ ਸੰਧੂ ਦਾ ਸੰਬੰਧ ਸਿੰਧ ਦਰਿਆ ਨਾਲ ਜੋੜਦੇ ਹਨ। ਕਿਸੇ ਸਮੇਂ ਸੰਧੂ ਕਬੀਲੇ ਦੇ ਲੋਕ ਸਿੰਧ ਦਰਿਆ ਦੇ ਕੰਢੇ ਸਿੰਧ ਅਤੇ ਜੇਹਲਮ ਵਿਚਕਾਰਲੇ ਦੁਆਬੇ ਵਿੱਚ ਵਸਦੇ ਸੀ। ਇਹ ਕਹਿ ਲਓ ਕਿ ਸਿੰਧ ਦਰਿਆ ਦੇ ਕਿਨਾਰੇ ਵਸਣ ਵਾਲਿਆਂ ਨੂੰ ਸੰਧੂ ਕਿਹਾ ਜਾਂਦਾ ਸੀ। ਵੈਸੇ ਸਿੰਧ ਦਰਿਆ ਦੇ ਕਿਨਾਰੇ ਜਾਂ ਸਿੰਧ ਇਲਾਕੇ ਵਿੱਚ ਵਸਣ ਵਾਲੇ ਸਾਰੇ ਲੋਕ ਸਿੰਧੀ ਜਾਂ ਸੰਧੂ ਕਹਿਲਾ ਸਕਦੇ ਹਨ। ਅੱਜ ਕੱਲ੍ਹ ਅਸੀਂ ਸਿੰਧੀ ਸਿੰਧ ਸੂਬੇ ਵਿੱਚ ਵਸਣ ਵਾਲੇ ਜਾਂ ਸਿੰਧੀ ਭਾਸ਼ਾ ਬੋਲਣ ਵਾਲੇ ਭਾਈਚਾਰੇ ਨੂੰ ਹੀ ਆਖਦੇ ਹਾਂ। ਅੱਜ ਕੱਲ੍ਹ ਸੰਧੂ ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਇਲਾਵਾ ਵਿਦੇਸ਼ਾਂ ਵਿੱਚ ਵਸਦੇ ਹਨ। ਪਾਕਿਸਤਾਨੀ ਪੰਜਾਬ ਵਿੱਚ ਸਿਆਲਕੋਟ, ਗੁਜਰਾਂਵਾਲਾ, ਲਾਇਲਪੁਰ ਵਿੱਚ ਸੰਧੂ ਗੋਤ ਕਾਫੀ ਨੇ। ਮਾਝੇ ਵਿੱਚ ਸੰਧੂਆਂ ਦਾ ਬਾਈਆ ਭਾਵ 22 ਪਿੰਡ ਵੀ ਹਨ। ਸਰਹਾਲੀ, ਸੁਰਸਿੰਘਵਾਲਾ, ਵਲਟੋਹਾ, ਪੜਾਣਾ, ਮਨਾਵਾ, ਭਕਨਾ ਆਦਿ। ਮਾਲਵੇ ਵਿੱਚ ਸਾਈਆਂਵਾਲਾ, ਚੁੱਗੇ ਕਲਾਂ, ਵੀਰੇਵਾਲਾ, ਭਾਗ ਸਿੰਘ ਵਾਲਾ, सक्कांवाली, कान्यावाली ਵਿੱਚ ਜ਼ਿਆਦਾ ਸੰਧੂ ਵਸਦੇ ਹਨ। ਬਹੁਤ ਸਾਰੇ ਪਿੰਡਾਂ ਦੇ ਨਾਂ ਹੀ ਸੰਧੂਆਂ ਜਾਂ ਸੰਧਵਾਂ ਜਾਂ ਸੰਧੂ ਹੈ। ਸੰਧੂਆਂ ਦਾ ਸੰਬੰਧ ਰਾਜੇ ਸੱਤਿਆ ਸੰਧੂ ਦੀ ਔਲਾਦ ਨਾਲ ਵੀ ਜੋੜਿਆ ਜਾਂਦਾ ਹੈ, ਜਿਸ ਦਾ ਕਿਸੇ ਸਮੇਂ ਇਸ ਇਲਾਕੇ ਵਿੱਚ ਰਾਜ ਸੀ। ਮਹਾਭਾਰਤ ਵਿੱਚ ਸਿੰਧੂ ਜਨਪਦ ਦਾ ਜ਼ਿਕਰ ਹੈ, ਜਿੱਥੋਂ ਦਾ ਰਾਜਾ ਜੈਦਰਥ ਦੁਰਯੋਧਨ ਦਾ ਜੀਜਾ ਸੀ। ਮਹਾਭਾਰਤ ਵਿੱਚ ਕਰਨ ਅਤੇ ਸ਼ਲਿਆ ਦੀ ਆਪਸੀ ਸੰਵਾਦ ਵਿੱਚ ਜਿਨ੍ਹਾਂ ਜੱਟ ਗੋਤਾਂ ਦਾ ਜ਼ਿਕਰ ਆਉਂਦਾ ਹੈ, ਉਹਨਾਂ ਵਿੱਚ ਵੀ ਸੰਧੂ ਸ਼ਾਮਲ ਹਨ। ਪਾਣਿਨੀ ਦੇ ਅਸ਼ਟ ਅਧਿਆਏ ਵਿੱਚ ਸਿੰਧੂ ਜਨਪਦ ਦਾ ਵੀ ਜ਼ਿਕਰ ਹੈ। ਕੁਝ ਇਤਿਹਾਸਕਾਰਾਂ ਅਨੁਸਾਰ ਇਹ ਸੰਧੂ ਲੋਕ ਈਸਾ ਤੋਂ 6 ਸਦੀਆਂ ਪਹਿਲਾਂ ਸਾਇਰਸ ਦੇ ਖਿਲਾਫ ਬੇਬੀਲੋਨ ਵਾਲਿਆਂ ਦੀ ਮਦਦ ਲਈ ਵੀ ਗਏ ਸੀ। ਮੌਰੀਆ ਸਾਮਰਾਜ ਤੋਂ ਬਾਅਦ ਵੀ ਕੁਝ ਇਲਾਕੇ ਤੇ ਰਾਜ ਕਰਦੇ ਰਹੇ ਹਨ। ਜ਼ਿਕਰ ਆਉਂਦਾ ਹੈ ਕਿ ਇਹਨਾਂ ਦੇ ਰਾਜੇ ਪੁੰਨਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇੱਕ ਹੋਰ ਕਹਾਣੀ ਅਨੁਸਾਰ ਰਾਮਚੰਦਰ ਦੇ ਸੂਰਜਬੰਸੀ ਰਾਜਪੂਤਾਂ ਦੇ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਹਨਾਂ ਵਿੱਚ ਸੰਧੂ ਰਾਓ ਪੈਦਾ ਹੋਇਆ। ਇਹ ਵੀ ਕਿਹਾ ਜਾਂਦਾ ਹੈ ਕਿ ਸੰਧੂ ਰਾਏ ਜਾਂ ਰਾਓ ਜਾਂ ਰਾਵਤ ਤੋਂ ਹੀ ਇਹ ਗੋਤ ਚੱਲਿਆ ਹੈ। ਰੋਜ਼ ਅਨੁਸਾਰ ਸੰਧੂਆਂ ਦੀਆਂ 84 ਬ੍ਰਾਂਚਾਂ ਭਾਵ ਕਿ ਮੂੰਹੀਆਂ ਹਨ। ਸਿਆਲਕੋਟ ਦੇ 1883-84 ਦੇ ਗਜ਼ਟ ਅਨੁਸਾਰ ਮੁੱਖ ਮੂੰਹੀਆਂ 5 ਹੀ ਹਨ। ਇਹ ਇਤਿਹਾਸਕਾਰ ਹੋਰ ਜੱਟ ਕਬੀਲਿਆਂ ਵਾਂਗ ਇਹਨਾਂ ਦਾ ਸੰਬੰਧ ਰਾਜਪੂਤਾਨਾ ਦੇ ਜੱਟ ਕਬੀਲਿਆਂ ਨਾਲ ਹੀ ਜੋੜਦੇ ਨੇ, ਜੋ 11ਵੀਂ ਸਦੀ ਵਿੱਚ ਪੰਜਾਬ ਆਏ, ਜਦੋਂ ਕਿ ਕੁਝ ਇਤਿਹਾਸਕਾਰ ਇਹਨਾਂ ਦਾ ਸੰਬੰਧ ਗਜ਼ਨੀ ਨਾਲ ਵੀ ਦੱਸਦੇ ਰਹੇ ਹਨ। ਸ਼ਾਇਦ ਕੁਝ ਸੰਧੂ ਕਬੀਲੇ ਦੇ ਲੋਕ ਮਹਿਮੂਦ ਗਜ਼ਨਵੀ ਦੀ ਫੌਜ ਵਿੱਚ ਨੌਕਰੀ ਕਰਦੇ ਹੋ ਸਕਦੇ ਨੇ। ਇਸ ਦੇ ਉਲਟ ਅੱਜ ਕੱਲ੍ਹ ਬਹੁਤੇ ਸੰਧੂ ਇਸ ਨੂੰ ਨਕਾਰਦੇ ਨੇ। ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਨਕਈ ਮਿਸਲ ਸੰਧੂਆਂ ਦੀ ਸੀ। ਰਾਵੀ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ ਨਾਕਾ ਆਖਿਆ ਜਾਂਦਾ ਸੀ। ਇੱਥੋਂ ਦੇ ਲੋਕ ਨਕਈ ਹੋਏ। ਲਾਹੌਰ ਜ਼ਿਲ੍ਹੇ ਦੇ ਚੂਨੀਆਂ ਤਹਿਸੀਲ ਦਾ ਪਿੰਡ ਬਹਿਰਵਾਲ ਦਾ ਹੀਰਾ ਸਿੰਘ 1706 ਵਿੱਚ ਹੋਇਆ। ਇਸ ਤੋਂ ਬਾਅਦ ਨਕਈ ਮਿਸਲ ਦੀ ਸਰਦਾਰੀ ਇੰਜ ਚੱਲੀ। ਸਰਦਾਰ ਹੀਰਾ ਸਿੰਘ ਸੰਧੂ ਨਕਈ, ਸਰਦਾਰ ਨਰਸਿੰਘ ਨਕਈ, ਸਰਦਾਰ ਰਣ ਸਿੰਘ ਨਕਈ, ਸਰਦਾਰ ਭਗਵਾਨ ਸਿੰਘ ਨਕਈ, ਸਰਦਾਰ ਗਿਆਨ ਸਿੰਘ ਨਕਈ ਤੇ ਅੰਤ ਵਿੱਚ ਸਰਦਾਰ ਕਾਹਨ ਸਿੰਘ ਨਕਈ। ਇਹਨਾਂ ਦੇ ਖਾਨਦਾਨ ਦੀ ਦਾਤਾਰ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਪਟਰਾਣੀ ਬਣੀ, ਜਿਸ ਦੀ ਕੁੱਖੋਂ ਖੜਕ ਸਿੰਘ ਪੈਦਾ ਹੋਇਆ। ਸ਼ਹੀਦ ਬਾਬਾ ਦੀਪ ਸਿੰਘ ਵੀ ਸੰਧੂ ਸੀ ਤੇ ਇਸ ਕਰਕੇ ਮਿਸਲ ਸ਼ਹੀਦਾਂ ਨੂੰ ਵੀ ਸੰਧੂਆਂ ਨਾਲ ਜੋੜਿਆ ਜਾਂਦਾ ਹੈ। ਇਸੇ ਤਰ੍ਹਾਂ ਕਨਈਆ ਮਿਸਲ ਦੇ ਵੀ ਮਿਸਲਦਾਰ ਸੰਧੂ ਰਹੇ ਹਨ। ਹਾਲਾਂਕਿ ਮਿਸਲਾਂ ਦਾ ਸੰਬੰਧ ਜਾਤਾਂ ਗੋਤਾਂ ਦੀ ਥਾਂ ਇਲਾਕੇ ਨਾਲ ਸੀ। ਵੈਸੇ ਵੀ ਸਿੱਖ ਧਰਮ ਵਿੱਚ ਜਾਤ ਨੂੰ ਮਾਨਤਾ ਨਹੀਂ, ਪਰ ਪ੍ਰਸਿੱਧ ਜਾਂ ਆਗੂ ਬੰਦਿਆਂ ਨਾਲ ਜੁੜ ਕੇ ਭਾਈਚਾਰਾ ਹਮੇਸ਼ਾ ਹੀ ਮਾਣ ਮਹਿਸੂਸ ਕਰਦਾ ਹੈ।
ਇਸ ਗੱਲ ਤੇ ਵੀ ਸੰਧੂ ਮਾਣ ਮਹਿਸੂਸ ਕਰਦੇ ਹਨ ਕਿ ਜਨਮ ਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਇੱਕ ਸਾਥੀ ਭਾਈ ਬਾਲਾ ਜੀ ਸੰਧੂ ਸਨ। ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲਿਆਂ ਵਿੱਚੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੀ ਸੰਧੂ ਖਾਨਦਾਨ ਵਿੱਚੋਂ ਸੀ। ਇਹਨਾਂ ਦਾ ਸਾਰਾ ਖਾਨਦਾਨ ਹੀ ਇਨਕਲਾਬੀ ਸੀ। ਸੰਧੂਆਂ ਵਿੱਚ ਬਹੁਤ ਸਾਰੇ ਜ਼ਮੀਨਾਂ ਦੇ ਮਾਲਕ, ਕਾਰੋਬਾਰੀ, ਅਫਸਰ, ਸਿਆਸਤਦਾਨ, ਖਿਡਾਰੀ, ਕਲਾਕਾਰ, ਲੇਖਕ ਪੈਦਾ ਹੋਏ। ਲੇਖਕਾਂ ਵਿੱਚੋਂ ਗੁਲਜ਼ਾਰ ਸਿੰਘ ਸੰਧੂ, ਸ਼ਮਸ਼ੇਰ ਸਿੰਘ ਸੰਧੂ, ਵਰਿਆਮ ਸਿੰਘ ਸੰਧੂ, ਸਰਵਣ ਸਿੰਘ ਸੰਧੂ, ਬਲਬੀਰ ਸਿੰਘ ਸੰਧੂ ਤੋਂ ਇਲਾਵਾ ਪਾਸ਼ ਭਾਵ ਕਿ ਅਵਤਾਰ ਸਿੰਘ ਪਾਸ਼ ਵੀ ਸੰਧੂ ਖਾਨਦਾਨ ਨਾਲ ਹੀ ਸੰਬੰਧ ਰੱਖਦਾ ਸੀ। ਸਿਆਸਤਦਾਨਾਂ ਵਿੱਚੋਂ ਜਸਦੇਵ ਸਿੰਘ ਸੰਧੂ ਹੋਰੀ ਰਹੇ ਹਨ। ਕਲਾਕਾਰਾਂ ਵਿੱਚ ਦੀਦਾਰ ਸੰਧੂ, ਪਰਮਿੰਦਰ ਸੰਧੂ, ਹਾਰਡੀ ਸੰਧੂ, ਗੈਰੀ ਸੰਧੂ, ਜਾਰਡਨ ਸੰਧੂ, ਬਾਣੀ ਸੰਧੂ, ਗੁਰਦਾਸ ਸੰਧੂ, ਹਰਿੰਦਰ ਸੰਧੂ ਇੱਕ ਲੰਮੀ ਲਿਸਟ ਹੈ। 2021 ਦੀ ਮਿਸ ਯੂਨੀਵਰਸ ਵੀ ਹਰਨਾਜ਼ ਕੌਰ ਸੰਧੂ ਹੀ ਹੈ। ਮਾਨਵਜੀਤ ਸਿੰਘ ਸੰਧੂ ਜੋ ਕਿ ਪ੍ਰਸਿੱਧ ਸਪੋਰਟਸ ਸ਼ੂਟਰ ਹੈ, ਤਰਨਜੀਤ ਸਿੰਘ ਸੰਧੂ ਜੋ ਕਿ ਇੰਡੀਅਨ ਅੰਬੈਸਡਰ ਰਿਹਾ ਹੈ ਯੂਨਾਈਟਿਡ ਸਟੇਟਸ ਵਿੱਚ, ਅੱਜ ਦੇ ਦੌਰ ਵਿੱਚ ਪ੍ਰਸਿੱਧ ਹਨ। ਸੰਧੂ ਆਪਣੇ ਵਡੇਰੇ ਕਾਲੇ ਮਹਿਰ ਦੀ ਬਹੁਤ ਮਾਨਤਾ ਕਰਦੇ ਨੇ। ਇਸ ਬਾਰੇ ਕਈ ਦੰਤ ਕਥਾਵਾਂ ਪ੍ਰਚਲਿਤ ਨੇ, ਪਰ ਸਭ ਤੋਂ ਪ੍ਰਸਿੱਧ ਸਿੱਧੀ ਸਾਦੀ ਕਥਾ ਇੰਨੀ ਹੈ ਕਿ ਕਾਲਾ ਮਹਿਰ ਡੰਗਰ ਚਾਰਦਾ ਸੀ, ਕਾਣੀ ਨੀਂਦ ਸੌਂਦਾ ਸੀ, ਭਾਵ ਕਿ ਖੁੱਲੀਆਂ ਪਲਕਾਂ ਨਾਲ ਹੀ ਸੌਂ ਜਾਂਦਾ ਸੀ। ਇਸ ਦਾ ਭੇਦ ਡੰਗਰ ਚੋਰਾਂ ਨੂੰ ਕਾਲੇ ਮਹਿਰ ਦੇ ਜਾਣਕਾਰ ਬ੍ਰਾਹਮਣ ਨੇ ਹੀ ਚੁਗਲੀ ਕਰਕੇ ਦਿੱਤਾ ਸੀ। ਜਦੋਂ ਕਾਲਾ ਮਹਿਰ ਖੁੰਡੇ ਤੇ ਠੋਡੀ ਟਿਕਾ ਲਵੇ ਤਾਂ ਸਮਝੋ ਕਿ ਸੌਂ ਗਿਆ, ਭਾਵੇਂ ਉਹਦੀਆਂ ਅੱਖਾਂ ਖੁੱਲੀਆਂ ਹੀ ਹੁੰਦੀਆਂ ਨੇ। ਡੰਗਰ ਚੋਰਾਂ ਨੇ ਇਹ ਜਾਣਕਾਰੀ ਲੈ ਕੇ ਖੜੇ ਖੜੋਤੇ ਪਰ ਸੁੱਤੇ ਕਾਲੇ ਮਹਿਰ ਤੇ ਹਮਲਾ ਕਰਤਾ। ਡੰਗਰ ਲੈ ਗਏ। ਮਰ ਰਹੇ ਕਾਲੇ ਮਹਿਰ ਨੂੰ ਮਰਾਸੀ ਨੇ ਪਾਣੀ ਪਿਆਇਆ। ਇਸ ਉੱਪਰ ਕਾਲੇ ਮਹਿਰ ਨੇ ਬਚਨ ਕੀਤਾ ਕਿ ਸਾਡੀ ਵੰਸ਼ ਬ੍ਰਾਹਮਣ ਨੂੰ ਕਦੇ ਲਾਗ ਨਹੀਂ ਦੇਵੇਗੀ, ਸਾਰੀ ਲਾਗ ਮਰਾਸੀਆਂ ਨੂੰ ਦਈ ਜਾਵੇਗੀ। ਕਿਉਂਕਿ ਬ੍ਰਾਹਮਣ ਨੇ ਵਿਸ਼ਵਾਸਘਾਤ ਕੀਤਾ ਤੇ ਮਰਾਸੀ ਨੇ ਪਾਣੀ ਪਿਆਇਆ। ਆਮ ਵਿਸ਼ਵਾਸ ਹੈ ਕਿ ਸੰਧੂ ਲੋਕ ਖੁੱਲੀਆਂ ਅੱਖਾਂ ਨਾਲ ਹੀ ਸੌਂ ਜਾਂਦੇ ਨੇ। ਇਸ ਕਥਾ ਦਾ ਇੱਕ ਹੋਰ ਰੂਪ ਵੀ ਮਿਲਦਾ ਹੈ, ਜਿਸ ਅਨੁਸਾਰ ਸੰਧੂਆਂ ਦੇ ਕਾਲੇ ਕੋਲ ਇੱਕ ਪੀਰਾਂ ਦੀ ਬਖਸ਼ੀ ਔਸਰ ਝੋਟੀ ਸੀ ਜੋ ਦੁੱਧ ਦਿੰਦੀ ਸੀ। ਇੱਕ ਮਿੱਥ ਅਨੁਸਾਰ ਇਹ ਵੀ ਹੈ ਕਿ ਇਹ ਝੋਟੀ ਗੋਰਖਨਾਥ ਨੇ ਬਖਸ਼ੀ ਸੀ ਜਾਂ ਵਰ ਦਿੱਤਾ ਸੀ। ਲੜਾਈ ਉਸ ਵਿਸ਼ੇਸ਼ ਗੁਣਾ ਵਾਲੀ ਝੋਟੀ ਪਿੱਛੇ ਸੀ। ਹੋਰ ਦੰਦ ਕਥਾ ਅਨੁਸਾਰ ਸੰਧੂਆਂ ਦੇ ਕਾਲੇ ਮਹਿਰ ਦੀ ਮੁਸਲਮਾਨ ਭੱਟੀਆਂ ਦੇ ਕਬੀਲੇ ਨਾਲ ਇਲਾਕੇ ਅਤੇ ਮਾਲ ਡੰਗਰ ਪਿੱਛੇ ਖੋਹਾ ਖੁਆਈ ਹੁੰਦੀ ਰਹਿੰਦੀ ਸੀ, ਜੋ ਆਪਸ ਵਿੱਚ ਡਾਂਗਾਂ ਖੜਕਦੀਆਂ ਰਹਿੰਦੀਆਂ ਸੀ। ਭੱਟੀਆਂ ਨੇ ਬ੍ਰਾਹਮਣ ਰਸੋਈਏ ਰਾਹੀਂ ਕਾਲੇ ਮਹਿਰ ਨੂੰ ਜ਼ਹਿਰ ਦੇ ਕੇ ਬੇਹੋਸ਼ ਕਰਤਾ। ਬੇਹੋਸ਼ ਪਏ ਤੇ ਹਮਲਾ ਕਰਤਾ। ਕਾਲੇ ਮਹਿਰ ਦਾ ਸਿਰ ਵੱਢਿਆ ਗਿਆ, ਪਰ ਉਹ ਧੜ ਨਾਲ ਹੀ ਲੜਦਾ ਰਿਹਾ। ਅਖੀਰ ਇਸ ਲੜਾਈ ਵਿੱਚ ਇੱਕ ਲਲਾਰੀ ਨੇ ਵੀ ਭੱਟੀਆਂ ਦਾ ਪੱਖ ਲਿਆ, ਜਦੋਂ ਕਿ ਮਰਾਸੀ ਨੇ ਬਚਾਅ ਕੀਤਾ। ਇਸੇ ਕਰਕੇ ਸੰਧੂ ਬ੍ਰਾਹਮਣਾਂ ਨੂੰ ਲਾਗ ਨਹੀਂ ਦਿੰਦੇ, ਮਰਾਸੀਆਂ ਨੂੰ ਲਾਗ ਦਿੰਦੇ ਨੇ ਤੇ ਕੱਪੜਿਆਂ ਨੂੰ ਵੀ ਲੀਲ ਨਹੀਂ ਲਵਾਉਂਦੇ। ਕੁਝ ਕਥਾਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਕਾਲੇ ਮਹਿਰ ਮੁਸਲਮਾਨ ਸ਼ਾਸਕਾਂ ਨਾਲ ਲੜਦਾ ਮਾਰਿਆ ਗਿਆ ਸੀ। ਖੈਰ, ਕੁਝ ਵੀ ਹੋਵੇ, ਇਹ ਪਸ਼ੂ ਪਾਲਕ ਯੁੱਗ ਦੀ ਕਥਾ ਹੈ। ਡੰਗਰ ਚੋਰੀ ਆਮ ਸੀ। ਇਲਾਕੇ ਪਿੱਛੇ ਤੇ ਪਾਣੀ ਪਿੱਛੇ ਵੀ ਲੜਾਈਆਂ ਹੁੰਦੀਆਂ ਸੀ। ਅੱਧੀ ਖੁੱਲੀ ਅੱਖ ਸੌਣ ਦੀ ਗੱਲ ਅਤੇ ਬ੍ਰਾਹਮਣ ਦਾ ਵਿਰੋਧ ਇਹਨਾਂ ਕਥਾਵਾਂ ਵਿੱਚ ਪ੍ਰਮੁੱਖ ਹੈ। ਮਾਲਵੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਸਿੱਖਾਂ ਵਾਲੇ ਬੀੜ ਅੰਦਰ ਸਾਲ ਵਿੱਚ 2 ਵਾਰ ਭਾਦੋਂ ਦੀ ਮੱਸਿਆ ਅਤੇ ਫੱਗਣ ਦੀ ਮੱਸਿਆ ਨੂੰ ਮਰਾਣੇ ਦਾ ਮੇਲਾ ਭਰਦਾ ਹੈ, ਜਿੱਥੇ ਸੰਧੂ ਇਕੱਠੇ ਹੁੰਦੇ ਹਨ। ਖਾਸ ਕਰਕੇ ਨਵੇਂ ਵਿਆਹੇ ਜੋੜੇ ਅਤੇ ਜਿਨ੍ਹਾਂ ਦੇ ਘਰ ਪੁੱਤਰ ਪੈਦਾ ਹੋਇਆ ਹੋਵੇ ਉਹ ਜ਼ਰੂਰ ਮਿੱਟੀ ਕੱਢਦੇ ਨੇ ਤੇ ਸੁੱਖ ਲਾਉਂਦੇ ਨੇ। ਮਿੱਟੀ ਕੱਢਦੇ ਨੇ, ਭੇਟਾਂ ਚੜਾਉਂਦੇ ਨੇ ਤੇ ਬੜੀ ਅਨੋਖੀ ਗੱਲ ਹੈ ਕਿ ਉੱਥੇ ਮਿੱਠੀਆਂ ਰੋਟੀਆਂ, ਦਹੀਂ ਤੋਂ ਇਲਾਵਾ ਸ਼ਰਾਬ ਵੀ ਚੜ੍ਹਦੀ ਹੈ। ਮੀਰਜ਼ਾਦੇ ਕਲਾਣ ਪੜ੍ਹਦੇ ਨੇ, ਹੇਲੀਆਂ ਦਿੰਦੇ ਨੇ। ਸੰਧੂ ਸਰਦਾਰ ਖੁਸ਼ੀਆਂ ਮਨਾਉਂਦੇ, ਸੁੱਖਾਂ ਉਤਾਰਦੇ ਉਸ ਦਿਨ ਜ਼ਰੂਰ ਪੀਂਦੇ ਨੇ। ਇਹ ਤਾਂ ਲੋਕ ਧਰਮ ਦੀ ਗੱਲ ਹੋਈ, ਪਰ ਅਸਲ ਵਿੱਚ ਇਹ ਬੋਧੀਆਂ ਸਮੇਂ ਬੋਧੀ ਵੀ ਰਹੇ ਹਨ, ਪਰ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਤਿੰਨਾਂ ਧਰਮਾਂ ਵਿੱਚ ਮਿਲਦੇ ਹਨ। ਇਸ ਦੀ ਇੱਕ ਹੋਰ ਵਿਆਖਿਆ ਸੁਣਦੇ ਹਾਂ। ਪਿਆਰੇ ਦੋਸਤੋ, ਮੈਂ ਸੰਧੂਆਂ ਦੇ ਇਤਿਹਾਸ ਬਾਰੇ ਬਹੁਤੀ ਗੱਲਬਾਤ ਨਹੀਂ ਕਰਨੀ। ਉਹ ਉਹੀ ਗੱਲਾਂ ਬਾਤਾਂ ਨੇ ਕਿ ਜਿਹੜੀਆਂ ਇਤਿਹਾਸ ਦੀਆਂ ਕਿਸੇ ਗੋਤ ਦੇ ਇਤਿਹਾਸ ਬਾਰੇ ਪਹਿਲਾਂ ਹੀ ਵੱਖ-ਵੱਖ ਵਿਦਵਾਨਾਂ ਨੇ ਕਰੀਆਂ ਹੋਈਆਂ। ਨਾ ਹੀ ਮੈਂ ਕੋਈ ਬਹੁਤੀ ਗੱਲਬਾਤ ਕਾਲੇ ਮਹਿਰ ਦੀ ਕਥਾ ਦੇ ਬਾਰੇ ਕਰਨੀ ਆ ਕਿ ਇਹ ਕਥਾ ਸੱਚੀ ਹੈ ਜਾਂ ਝੂਠੀ ਹੈ, ਇਉਂ ਵਾਪਰ ਸਕਦਾ ਹੈ ਜਾਂ ਨਹੀਂ ਵਾਪਰ ਸਕਦਾ।
ਮੇਰਾ ਜਿਹੜਾ ਸਰੋਕਾਰ ਆ ਉਹ ਇਸ ਕਹਾਣੀ ਦੇ ਰਾਹੀਂ ਇਹ ਸਮਝਣ ਦੇ ਵਿੱਚ ਆ ਕਿ ਕਿਸ ਪ੍ਰਕਾਰ ਜਿਹੜੀਆਂ ਸਾਡੀਆਂ ਗੋਤਾਂ ਦੇ ਨਾਲ ਜਾਂ ਸਾਡੇ ਸੱਭਿਆਚਾਰਕ ਅਵਚੇਤਨ ਵਿੱਚ ਪਈਆਂ ਮਿੱਥਕ ਦੰਤ ਕਥਾਵਾਂ ਨੇ, ਉਹਨਾਂ ਦੰਤ ਕਥਾਵਾਂ ਦੇ ਵਿੱਚ ਜਿਹੜਾ ਮਿੱਥ ਦਾ ਅੰਸ਼ ਉਹ ਕਿਸ ਤਰ੍ਹਾਂ ਕਾਰਜ ਕਰਦਾ ਹੈ। ਉਹਦੇ ਵਿੱਚੋਂ ਇਹ ਕਿ ਬੁਨਿਆਦੀ ਤੌਰ 'ਤੇ ਗੱਲ ਤੇ ਸਿਰਫ ਇੰਨੀ ਆ ਕਿ ਜਿਹੜਾ ਕਾਲਾ ਮਹਿਰ ਉਸ ਨੂੰ ਮਾਰਿਆ ਜਾਂਦਾ ਦੁਸ਼ਮਣਾਂ ਵੱਲੋਂ। ਦੁਸ਼ਮਣ ਕੌਣ ਨੇ? ਜਿਹੜੇ ਡੰਗਰ ਚੋਰ ਨੇ। ਉਹਦੇ ਲਈ ਕੌਣ ਜ਼ਿੰਮੇਵਾਰ ਆ? ਕਿ ਜਿਹਨੇ ਚੁਗਲੀ ਕੀਤੀ, ਕਿ ਇਹ ਖੁੱਲੀਆਂ ਅੱਖਾਂ ਨਾਲ ਸੌਂ ਜਾਂਦਾ ਹੈਗਾ। ਔਰ ਉਸ ਤੋਂ ਅੱਗੇ ਕਿ ਜੀ ਸਹਾਇਤਾ ਕਿਹਨੇ ਕੀਤੀ? ਮਰਾਸੀ ਨੇ ਸਹਾਇਤਾ ਕੀਤੀ। ਅਗਲੇ ਪਾਸੇ ਫਿਰ ਇਹਦਾ ਕੀ ਬਣਦਾ ਹੈਗਾ ਕਿ ਇੱਕ ਜਿਹੜਾ ਹੋਰ ਪਾਤਰ ਆ ਕਿ ਜਿਹੜੀ ਕਿਤੇ ਕਿਸੇ ਕਥਾ ਦੇ ਵਿੱਚ ਆ ਕਿ ਔਰਤ ਨੇ ਉਹਦੇ ਉੱਤੇ ਜਦੋਂ ਧੜ ਨਾਲ ਲੜਦਾ ਜਾ ਰਿਹਾ ਕਿ ਔਰਤ ਨੇ ਉਹਦੇ ਉੱਤੇ ਕੋਈ ਛਿੜਕਿਆ। ਕਿਤੇ ਕਥਾ ਇਹ ਆ ਕਿ ਨਹੀਂ, ਉਹ ਲਲਾਰੀ ਨੇ ਛਿੜਕਿਆ, ਤੇ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਵਿਰੋਧੀ ਪਾਤਰ ਤੇ ਸਹਾਇਕ ਪਾਤਰ, ਨਾਇਕ ਤੇ ਖਲਨਾਇਕ। ਅਸੀਂ ਜਿਹੜੀਆਂ ਲੋਕ ਕਥਾਵਾਂ ਜਾਂ ਮਿੱਥ ਕਥਾਵਾਂ ਜਾਂ ਦੰਤ ਕਥਾਵਾਂ ਨੂੰ ਸਮਝਣ ਦੇ ਲਈ ਜਿਹੜਾ ਮਾਡਲ ਆ ਇਹਦੇ 'ਤੇ ਅਪਲਾਈ ਕਰ ਸਕਦੇ ਹਾਂ। ਪਰ ਸਾਡੇ ਲਈ ਇੱਥੇ ਮਹੱਤਵਪੂਰਨ ਗੱਲ ਕੀ ਬਣਦੀ ਹੈ? ਮਹੱਤਵਪੂਰਨ ਗੱਲ ਇਹ ਬਣਦੀ ਹੈ ਕਿ ਕਿਸੇ ਮਿੱਥ ਦੀ ਸਿਰਜਣਾ ਕਿਵੇਂ ਹੁੰਦੀ ਹੈ। ਉਹਦਾ ਪਹਿਲਾ ਰੂਪ ਤਾਂ ਸਿੰਪਲ ਸਧਾਰਨ ਤੌਰ 'ਤੇ ਇੰਨਾ ਹੀ ਆ ਕਿ ਕਾਲਾ ਮਹਿਰ ਆ ਜਿਹੜਾ ਡੰਗਰ ਚਾਰਦਾ ਹੈਗਾ, ਉਸ ਦਾ ਡੰਗਰ ਖੋਹਣ ਲਈ ਵਿਰੋਧੀ ਆ ਜਾਂਦੇ ਆ। ਇਹ ਇੱਕ ਰੂਪ ਆ। ਜਿਹੜਾ ਦੂਜਾ ਰੂਪ ਆ ਉਹਦੇ ਵਿੱਚ ਕਿ ਆਮ ਡੰਗਰ ਖੋਹਣ ਵਾਲੇ ਨਾਲ ਤਾਂ ਗੱਲ ਬੜੀ ਸਧਾਰਨ ਰਹਿ ਜਾਣੀ ਸੀ। ਦੂਜੀ ਜਿਹੜੀ ਕਥਾ ਉਹਦੇ ਵਿੱਚ ਹੈ ਕਿ ਜਿਹੜੀ ਝੋਟੀ ਸੀ ਜਾਂ ਜਿਹੜੀ ਅਫਸਰ ਝੋਟੀ ਜਿਹਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਨੂੰ ਚੋਰ ਚੋਰੀ ਕਰਨ ਆਉਂਦੇ ਆ। ਕਿਉਂ ਆਉਂਦੇ ਆ? ਕਿਉਂਕਿ ਉਹਦੇ ਪਿੱਛੇ ਫਿਰ ਉਹਦੇ ਨਾਲ ਜੁੜੀ ਹੋਈ ਗੱਲ ਆ ਕਿ ਇੱਕ ਵਾਰ ਜਦੋਂ ਮੱਝ ਚਰਾ ਰਹੇ ਸੀਗੇ, ਮੱਝਾਂ ਨੂੰ ਚਰਾ ਰਹੇ ਸੀਗੇ ਕਾਲਾ ਮਹਿਰ, ਤਾਂ ਉੱਥੇ ਅਚਾਨਕ ਕਿਸੇ ਕਥਾ ਦੇ ਵਿੱਚ ਗੋਰਖਨਾਥ ਆਉਂਦਾ ਅਤੇ ਕਿਸੇ ਕਥਾ ਦੇ ਵਿੱਚ 5 ਪੀਰ ਆਉਂਦੇ ਆ। ਤੇ ਉਹਨਾਂ ਨੇ ਆ ਕੇ ਕਿਹਾ ਕਿ ਸਾਨੂੰ ਦੁੱਧ ਪਿਲਾ। ਤਾਂ ਉਸ ਸਮੇਂ ਕੋਈ ਵੀ ਜਿਹੜੀ ਮੱਝ ਆ ਉਹ ਦੁੱਧ ਦੇਣ ਵਾਲੀ ਮੱਝ ਨਹੀਂ ਸੀਗੀ। ਤੇ ਉਹਨਾਂ ਨੇ ਕਿਹਾ ਕਿ ਇਸ ਵੇਲੇ ਤਾਂ ਕੋਈ ਦੁੱਧ ਦੇਣ ਵਾਲੀ ਮੱਝ ਨੇੜੇ ਨਹੀਂ ਆ। ਤਾਂ ਉਹਨਾਂ ਨੇ ਕਿਹਾ ਕਿ ਐਸ ਤੂੰ ਝੋਟੀ ਨੂੰ ਚੋਲਾ। ਔਸਰ ਝੋਟੀ ਹੁੰਦੀ ਹੈ ਕਿ ਜਿਹੜੀ ਹਜੇ ਨਵੇਂ ਦੁੱਧ ਨਾ ਹੋਈ ਹੋਵੇ, ਜਿਹਦੇ ਹਜੇ ਬੱਚਾ ਪੈਦਾ ਨਾ ਹੋਇਆ ਹੋਵੇ। ਉਹ ਦੁੱਧ ਜਦੋਂ ਉਸ ਗੁਰੂ ਦੇ ਕਹੇ 'ਤੇ, ਗੋਰਖਨਾਥ ਦੇ ਕਹੇ 'ਤੇ ਜਾਂ ਪੀਰ ਦੇ ਕਹੇ 'ਤੇ ਦੁੱਧ ਚੋਇਆ ਤਾਂ ਦੁੱਧ ਚੋਇਆ ਗਿਆ। ਉਹ ਫਿਰ ਅਟੁੱਟ ਬਣ ਗਿਆ ਕਿ ਜਿਵੇਂ ਮਿੱਥਾਂ ਦੇ ਵਿੱਚ ਬਣ ਜਾਂਦਾ। ਉਸ ਵਿਸ਼ੇਸ਼ ਝੋਟੀ ਨੂੰ, ਵਿਸ਼ੇਸ਼ ਉਸ ਜਾਨਵਰ ਨੂੰ, ਮੱਝ ਨੂੰ ਉਹ ਲੈਣਾ ਚਾਹੁੰਦੇ ਸੀਗੇ ਜਿਹੜੇ ਦੁਸ਼ਮਣ ਸੀ। ਹੁਣ ਇਹ ਕਥਾ ਦਾ ਦੂਜਾ ਰੂਪ ਆ। ਜਿਹੜਾ ਤੀਜਾ ਰੂਪ ਆ ਉਦੋਂ ਵੀ ਅੱਗੇ ਵੱਧ ਜਾਂਦਾ। ਉਹ ਅੱਗੇ ਇਸ ਤਰ੍ਹਾਂ ਵੱਧ ਜਾਂਦਾ ਹੈਗਾ ਕਿ ਉਹ ਜਿਹੜਾ ਕਾਲਾ ਮਹਿਰ ਆ ਉਹ ਅਸਲ ਦੇ ਵਿੱਚ ਤਾਂ ਖੁੱਲੀਆਂ ਅੱਖਾਂ ਦੇ ਨਾਲ ਤਪੱਸਿਆ ਕਰਦਾ ਹੁੰਦਾ। ਉਹ ਖੁੱਲੀਆਂ ਅੱਖਾਂ ਦੇ ਨਾਲ ਤਪੱਸਿਆ ਕਰਦਾ। ਹੁਣ ਜਿਹੜਾ ਅਸੀਂ ਕਹਿੰਦੇ ਹਾਂ ਕਿ ਬਹੁਤ ਸਾਰੇ ਸਾਡੇ ਜੈਨੇਟਿਕ ਗੁਣ ਹੁੰਦੇ ਆ ਕਿ ਕਿਸੇ ਦੀਆਂ ਅੱਖਾਂ ਭੂਰੀਆਂ ਹੁੰਦੀਆਂ, ਕਿਸੇ ਦੀਆਂ ਕਾਲੀਆਂ ਹੁੰਦੀਆਂ, ਤਾਂ ਇਹ ਵੀ ਅਸੀਂ ਕਹਿੰਦੇ ਹਾਂ ਕਿ ਬਹੁਤ ਸਾਰੇ ਬੰਦੇ ਆ ਜਿਹੜੀਆਂ ਖੁੱਲੀਆਂ ਅੱਖਾਂ ਦੇ ਨਾਲ ਸੌਂ ਜਾਂਦੇ ਆ। ਅਕਸਰ ਜਿਹੜੇ ਨੀਂਦ ਦੇ ਵਿੱਚ ਕਹਿੰਦੇ ਆ ਕਿ ਡਰਾਈਵਰ ਆ ਜਿਹੜੇ ਉਹ ਹਾਦਸਾ ਕਰ ਬੈਠਦੇ ਆ, ਉਹ ਉਦੋਂ ਹੀ ਕਰ ਬੈਠਦੇ ਆ ਕਿ ਵੈਸੇ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ, ਸੜਕ 'ਤੇ ਜੰਮੀਆਂ ਹੁੰਦੀਆਂ, ਪਰ ਇਹਦੇ ਦਰਮਿਆਨ ਉਹਨਾਂ ਨੂੰ ਝਪਕੀ ਨਹੀਂ ਆਉਂਦੀ, ਅੱਖ ਬੰਦ ਨਹੀਂ ਹੁੰਦੀ, ਪਲਕ ਬੰਦ ਨਹੀਂ ਹੁੰਦੀ, ਪਰ ਦਿਮਾਗ ਕੁਝ ਦੇਰ ਲਈ ਕੰਮ ਕਰਨਾ ਬੰਦ ਕਰ ਜਾਂਦਾ। ਇਹ ਇੱਕ ਰੂਪ ਹੁੰਦਾ। ਤਾਂ ਉਸ ਨੂੰ ਜਿਹੜਾ ਇਸ ਰੂਪ ਨੂੰ ਉਹ ਤਪੱਸਿਆ ਕਹਿ ਦਿੱਤੀ ਕਿ ਅਸਲ ਤਾਂ ਕਾਲਾ ਮਹਿਰ ਤਪੱਸਿਆ ਕਰਦਾ ਸੀ। ਇਹਦੇ ਨਾਲ ਕੀ ਆ ਕਿ ਜਿਹੜਾ ਨਾਇਕ ਆ ਉਸ ਨੂੰ ਜੇ ਕਿਸੇ ਦੈਵੀ ਸੱਤਾ ਨੇ, ਜਿਵੇਂ ਪੀਰਾਂ ਨੇ ਜਾਂ ਗੋਰਖਨਾਥ ਨੇ ਜਾਂ ਕਿਸੇ ਵੱਡੇ ਬੰਦੇ ਨੇ ਬਖਸ਼ਿਸ਼ ਕੀਤੀ ਆ, ਤਾਂ ਉਹਦਾ ਰੁਤਬਾ ਉੱਚਾ ਹੋ ਗਿਆ। ਹੁਣ ਇਹਦੇ ਵਿੱਚ ਜਿਹੜੀ ਅਗਲੀ ਗੱਲ ਆ, ਜਿਹੜੀ ਤਰਕ ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਤਾਂ ਮੰਨਣ 'ਚ ਨਹੀਂ ਜਾਪਦੀ ਕਿ ਕੋਈ ਬੰਦਾ ਬਗੈਰ ਸਿਰ ਤੋਂ ਧੜ ਨਾਲ ਲੜਦਾ ਜਾਵੇ। ਪਰ ਇਹ ਜਿਹੜੀ ਮਿੱਥ ਆ, ਇਹ ਮਿੱਥ ਬਹੁਤ ਸਾਰੇ ਹੋਰ ਪੀਰਾਂ ਫਕੀਰਾਂ ਨਾਲ ਵੀ ਆ, ਅਤੇ ਇਹ ਮਿੱਥ ਫਿਰ ਅੱਗੇ ਵੀ ਵੱਧਦੀ ਆ, ਅਤੇ ਅੱਗੇ ਵੱਧਦੀ ਹੈ। ਕਾਲੇ ਮਹਿਰ ਦੀ ਮਿੱਥ ਰੂਪਾਂਤਰਨ ਹੋ ਜਾਂਦੀ ਹੈਗੀ ਆ ਬਾਬਾ ਦੀਪ ਸਿੰਘ ਦੇ ਵਿੱਚ। ਬਾਬਾ ਦੀਪ ਸਿੰਘ ਬਾਰੇ ਵੀ ਸਾਡਾ ਇਹੀ ਆ ਕਿ ਉਹ ਜ਼ਖਮੀ ਹੋ ਗਏ। ਜਿਹੜੇ ਤਾਂ ਰੈਸ਼ਨਲ ਮਾਈਂਡਡ ਬੰਦੇ ਨੇ, ਚਾਹੇ ਉਹ ਤਰਕਸ਼ੀਲ ਹੋਣ, ਚਾਹੇ ਵਿਗਿਆਨਕ ਸੋਚਣੀ ਦੇ ਧਾਰਨੀ ਹੋਣ, ਚਾਹੇ ਸਿੱਖ ਸੰਪਰਦਾਇ ਦੇ ਬੰਦੇ ਕਿ ਜਿਹੜੇ ਵਿਗਿਆਨਕ ਸੋਚ ਨੂੰ ਜਾਂ ਤਰਕ ਆਧਾਰਿਤ ਸੋਚਦੇ, ਉਹ ਤਾਂ ਕਹਿੰਦੇ ਆ ਕਿ ਨਹੀਂ, ਉਹਨਾਂ ਦੇ ਜ਼ਖਮ ਹੋਇਆ ਸੀ, ਜ਼ਖਮ ਬਹੁਤ ਭੈੜਾ ਸੀ, ਪਰ ਇਸ ਦੇ ਬਾਵਜੂਦ ਉਹ ਜ਼ਖਮੀ ਹਾਲਤ ਵਿੱਚ ਵੀ ਲੜਦੇ ਰਹੇ। ਪਰ ਆਪਾਂ ਦੇਖਦੇ ਹਾਂ ਕਿ ਪੋਸਟਰ ਤਾਂ ਅਜਿਹੇ ਵੀ ਆ ਕਿ ਜਿਨ੍ਹਾਂ ਦੇ ਵਿੱਚ ਜਿਹੜਾ ਸੀਸ ਆ ਸਪਸ਼ਟ ਰੂਪ ਵਿੱਚ ਤਲੀ ਦੇ ਉੱਤੇ ਧਰਿਆ ਹੁੰਦਾ।
ਇਹ ਜਿਹੜੀ ਸਥਿਤੀ ਹੈਗੀ ਇਹ ਅਸਲ ਦੇ ਵਿੱਚ ਤਾਂ ਜਿਹੜਾ ਯੋਧੇ ਆ ਜਾਂ ਜਿਹੜੇ ਉਸ ਦੀ ਮੰਨਣ ਵਾਲੇ ਆ, ਮਿੱਥ ਮੰਨਣ ਵਾਲੇ ਆ, ਉਹਨਾਂ ਦਾ ਜਿਹੜਾ ਅੰਸ਼ ਬੰਸ ਹੁੰਦਾ, ਉਹਨਾਂ ਨੂੰ ਜਿਹੜੇ ਉਹਦੇ ਫਾਲੋਅਰ ਹੁੰਦੇ, ਉਹਦੇ ਜਿਹੜੇ ਪਿੱਛੇ ਲੱਗਣ ਵਾਲੇ ਆ, ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਉਤਸ਼ਾਹ ਦੇਣ ਵਾਲੀ ਇਹ ਕਥਾ ਹੁੰਦੀ ਹੈ। ਤੇ ਇਹਨਾਂ ਕਥਾ ਕਹਾਣੀਆਂ ਦਾ ਇਹੀ ਮੁੱਲ ਹੁੰਦਾ ਕਿ ਇਹ ਕਿਸੇ ਕੌਮ, ਕਿਸੇ ਭਾਈਚਾਰੇ, ਕਿਸੇ ਗੋਤ ਵਿੱਚ ਉਤਸ਼ਾਹ ਭਰਦੀਆਂ ਤੇ ਉਹਨਾਂ ਅੰਦਰ ਗੌਰਵ ਜਗਾਉਂਦੀਆਂ। ਇਹ ਗੌਰਵ ਜਗਾਉਣ ਦੀ ਜਿਹੜੀ ਕਥਾ ਹੈ ਇਹਦੇ ਵਿੱਚ ਪੂਰੀ ਹੁੰਦੀ ਹੈ। ਵੈਸੇ ਮੈਂ ਬਚਪਨ ਦੇ ਵਿੱਚ ਇਹ ਮਰਾਣੇ ਦਾ ਮੇਲਾ ਬਹੁਤ ਦੇਖਿਆ ਹੈਗਾ। ਉਸ ਮਰਾਣੇ ਦੇ ਮੇਲੇ ਦੇ ਵਿੱਚ ਮਿੱਟੀ ਕਿਵੇਂ ਕੱਢੀ ਜਾਂਦੀ ਆ, ਕਿਸ ਤਰ੍ਹਾਂ ਉੱਥੇ ਫਿਰ ਸ਼ਰਾਬ ਚੜ੍ਹਦੀ ਆ, ਇਹ ਸਾਰਾ ਕੁਝ ਆਪਣੇ ਅੱਖੀਂ ਵੇਖਿਆ। ਤੇ ਇਹ ਵੀ ਕਿ ਕਿਵੇਂ ਜਿਹੜੀਆਂ ਮਿੱਸੀਆਂ ਰੋਟੀਆਂ ਹੈਗੀਆਂ, ਮਿੱਠੀਆਂ ਰੋਟੀਆਂ ਜਿਹੜੀਆਂ, ਉਹ ਦਹੀਂ ਦੇ ਨਾਲ ਉੱਥੇ ਖਾਧੀਆਂ ਜਾਂਦੀਆਂ। ਕਿਵੇਂ ਉੱਥੇ ਜਿਹੜੇ ਬੋਲੀਆਂ ਪਾਉਂਦੇ, ਗੀਤ ਗਾਉਂਦੇ ਲੋਕ ਮੇਲੇ ਦੇ ਵਿੱਚ ਆਉਂਦੇ ਸੀ। ਉੱਥੇ ਇਹ ਵੀ ਮੰਨਿਆ ਜਾਂਦਾ ਸੀ ਕਿ ਜੇ ਉੱਥੇ ਲੂਣ ਤੇ ਬੌਕਰ ਸੁੱਖ ਲਈ ਜਾਵੇ ਤਾਂ ਉਹਦੇ ਨਾਲ ਮੌਕੇ ਦੂਰ ਹੋ ਜਾਂਦੇ ਆ। ਇਹ ਗੱਲ ਹੋਰ ਵੀ ਬੜੇ ਥਾਵਾਂ 'ਤੇ ਪ੍ਰਚਲਿਤ ਆ, ਪਰ ਇਹ ਮਰਾਣੇ ਦੇ ਮੇਲੇ 'ਤੇ ਜਿਹੜਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਲੱਗਦਾ, ਉਹਦੇ ਨਾਲ ਵੀ ਇਹ ਪ੍ਰਚਲਿਤ ਹੈਗੀ ਆ। ਸਾਡਾ ਮੰਤਵ ਇਹਨਾਂ ਕਥਾ ਕਹਾਣੀਆਂ ਦੇ ਰਾਹੀਂ ਪੰਜਾਬ ਦੇ ਸੱਭਿਆਚਾਰਕ ਅਵਚੇਤਨ ਨੂੰ ਸਮਝਣਾ ਹੈ। ਤੁਹਾਡੀਆਂ ਰਾਇਆਂ ਸਾਡੇ ਲਈ ਬੜੀਆਂ ਮੁੱਲਵਾਨ ਨੇ। ਕਿਰਪਾ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਸਾਡਾ ਇਹ ਪ੍ਰੋਜੈਕਟ ਕਿਸ ਤਰ੍ਹਾਂ ਦਾ ਲੱਗਿਆ। ਮਿਹਰਬਾਨੀ।